वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जुड़ चुके हो इस ऑनलाइन गुरमत क्लास विच, जिस विच आपां ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਸਤਿਗੁਰਾਂ ਦੇ ਹਜ਼ੂਰ ਕਿੰਨੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕੀ ਸਿਰਲੇਖ ਹਨ, ਉਹਨਾਂ ਦੀ ਵਿਚਾਰ ਚਰਚਾ ਆਪਾਂ ਪਿਛਲੇ ਦਿਨਾਂ ਤੋਂ ਸਾਧ ਸੰਗਤ ਆਰੰਭ ਕੀਤੀ ਹੈ। ਸਤਿਗੁਰਾਂ ਦੀ ਮਿਹਰ ਸਦਕਾ, ਸਤਿਗੁਰਾਂ ਦੀ ਦਇਆ ਸਦਕਾ ਸਾਧ ਸੰਗਤ ਆਪਾਂ ਜੋ ਸਿਰਲੇਖ ਆਰੰਭ ਕੀਤੇ ਸਨ ਉਹਨਾਂ ਦੇ ਬਾਰੇ ਪਿਛਲੇ ਦਿਨਾਂ ਤੋਂ ਵਿਚਾਰ ਜੋ ਹੈ ਉਹ ਕਰ ਰਹੇ ਹਾਂ। ਸਤਿਗੁਰਾਂ ਦੇ ਜੋ ਸਿਰਲੇਖ ਗੁਰਬਾਣੀਆਂ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤੇ ਹਨ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਆਪਾਂ ਚੌਬਲੇ ਮਹੱਲਾ ਪੰਜਵਾਂ ਉੱਥੇ ਤੱਕ ਵਿਚਾਰ ਕਰ ਲਈ ਹੈ। ਅੱਜ ਜੋ ਸਿਰਲੇਖ ਰਹਿ ਗਏ ਹਨ ਉਹਨਾਂ ਦੀ ਆਪਾਂ ਵਿਚਾਰ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਜੋ 9 ਧੁਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹਨ ਉਹਨਾਂ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਸੋ ਅੱਜ ਜਿੰਨੇ ਸਿਰਲੇਖ ਰਹਿ ਗਏ ਹਨ ਉਹਨਾਂ ਦੀ ਆਪਾਂ ਵਿਚਾਰ ਸੰਪੂਰਨ ਕਰ ਲੈਣੀ ਹੈ। ਸੋ ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਜਿੰਨੇ ਵੀ ਜੁੜ ਚੁੱਕੇ ਹੋ ਆਪ ਜੀ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਅਗਲਾ ਚੌਬੋਲੇ ਤੋਂ ਅਗਲੀ ਜਿਹੜੀ ਬਾਣੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਸ਼ਲੋਕ ਭਗਤ ਕਬੀਰ ਜੀ ਦੇ, ਫਿਰ ਉਸ ਤੋਂ ਬਾਅਦ ਸ਼ਲੋਕ ਸ਼ੇਖ ਫਰੀਦ ਜੀ ਦੇ ਹਨ। ਫਿਰ ਉਸ ਤੋਂ ਬਾਅਦ ਸਾਧ ਸੰਗਤ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ ਮੁੱਖ ਵਾਕ ਸਵਈਏ। ਮੁੱਖ ਵਾਕ ਸਵਈਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਰਚਨਾ ਕੀਤੀ ਹੈ। 20 ਸਵਈਏ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਭੱਟ ਸਾਹਿਬਾਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਮਹਾਰਾਜ ਸਾਨੂੰ ਵੀ ਪਰਮੇਸ਼ਰ ਦੇ ਗੁਣ ਗਾਉਣ ਦੀ ਬਲ ਬਖਸ਼ੋ, ਕਿਰਪਾ ਕਰੋ, ਤੇ ਸਤਿਗੁਰਾਂ ਨੇ ਕਿਹਾ ਭਾਈ ਤੁਸੀਂ ਗੁਰੂ ਸਾਹਿਬਾਨਾਂ ਦੀ ਉਸਤਤ ਕਰੋ। ਤੇ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਤੇ ਕਰਨੀ ਨਹੀਂ ਆਉਂਦੀ, ਅਸੀਂ ਤੇ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਗਾ ਕੇ ਉਹਨਾਂ ਦੀ ਉਸਤਤ ਕਰਦੇ ਹਾਂ ਤੇ ਉਹ ਤੇ ਮਹਾਰਾਜ ਦੁਨਿਆਵੀ ਰਾਜੇ ਆ, ਉਹਨਾਂ ਦੀ ਉਸਤਤ ਅਸੀਂ ਉਸ ਢੰਗ ਨਾਲ ਕਰਦੇ, ਉਹਨਾਂ ਦਾ ਖਾਨਦਾਨ ਫੋਲ ਕੇ ਤੇ ਉਹਨਾਂ ਦੀ ਉਸਤਤ ਕਰਦੇ ਹਾਂ। ਤੇ ਮਹਾਰਾਜ ਅਧਿਆਤਮਿਕ ਤੌਰ ਤੇ ਧੰਨ ਗੁਰੂ ਨਾਨਕ ਦੇਵ ਜੀ ਤੇ ਸਾਰੇ ਜਗਤ ਦੇ ਰਾਜਾ ਹੋਏ ਆ, ਮਹਾਰਾਜ ਉਹਨਾਂ ਦੀ ਉਸਤਤ ਅਸੀਂ ਕਿਵੇਂ ਕਰ ਸਕਦੇ, ਕਿਵੇਂ ਸਾਨੂੰ ਜਾਚ ਆਵੇ ਉਹਨਾਂ ਦੀ ਉਸਤਤ ਕਰਨੀ। ਉਸ ਸਮੇਂ ਫਿਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਇਹ ਮੁੱਖ ਵਾਕ ਸਵਈਏ ਉਚਾਰਨ ਕੀਤੇ ਤੇ ਨਾਲੇ ਭੱਟਾਂ ਨੂੰ ਕਿਹਾ ਕਿ ਭਾਈ ਭੱਟ ਸਾਹਿਬਾਨੋ ਤੁਸੀਂ ਇਸ ਤਰ੍ਹਾਂ ਦੇ ਨਾਲ ਆਪਣੇ ਸਵਈਏ ਉਚਾਰਨ ਕਰੋ ਜਿਹਦੇ ਵਿੱਚ ਤੁਸੀਂ ਗੁਰੂ ਸਾਹਿਬਾਨ ਨੂੰ ਪਰਮੇਸ਼ਰ ਰੂਪ ਜਾਣ ਕੇ, ਵਾਹਿਗੁਰੂ ਦਾ ਜੋਤ ਜਾਣ ਕੇ ਤੇ ਉਹਨਾਂ ਦੀ ਉਸਤਤ ਕਰਨੀ। ਸੋ ਇਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮੁੱਖ ਵਾਕ ਸਵਈਆਂ ਦੀ ਜਿਹੜੀ ਰਚਨਾ ਕੀਤੀ। 2 ਸਿਰਲੇਖ ਹਨ। ਪਹਿਲੇ ਵਿੱਚ 9 ਸਵਈਏ ਹਨ, ਦੂਸਰੇ ਸਿਰਲੇਖ ਅਧੀਨ ਜਿਹੜਾ ਹੈ ਉਹਦੇ ਵਿੱਚ 11 ਸਵਈਏ ਹਨ। ਕੁੱਲ ਸਾਧ ਸੰਗਤ ਇਹ ਸਵਈਏ ਜਿਹੜੇ ਆ ਇਹ ਕੁੱਲ ਸਵਈਆਂ ਦੀ ਗਿਣਤੀ ਜਿਹੜੀ ਹੈ ਉਹ ਬਣਦੀ ਹੈ ਸਾਧ ਸੰਗਤ 20 ਸਵਈਏ ਜਿਹੜੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮੁੱਖ ਵਾਕ ਸਵਈਆਂ ਦੇ ਸਿਰਲੇਖ ਜਿਹੜੇ ਹਨ ਉਹ ਦਰਜ ਹਨ। ਸੋ ਕੀ ਹਨ ਇਹ ਮੁੱਖ ਵਾਕ ਸਵਈਏ? ਦਾਸ ਨੇ ਆਪ ਜੀ ਦੀ ਸਕਰੀਨ ਉੱਪਰ ਹੀ ਸ਼ੇਅਰ ਕੀਤੇ ਹਨ। ਸਾਧ ਸੰਗਤ ਇਹ ਮੁੱਖ ਵਾਕ ਸਵਈਆਂ ਦੇ ਅੰਦਰ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਵਾਹਿਗੁਰੂ ਇੱਕ ਸੈਕਿੰਡ ਸਾਧ ਸੰਗਤ ਵਾਹਿਗੁਰੂ ਇਹਨਾਂ ਪਾਵਨ ਸਵਈਆਂ ਦੇ ਅੰਦਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਮੁੱਖ ਵਾਕ ਸਵਈਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਰੂਪ ਕਰਕੇ ਸਤਿਗੁਰਾਂ ਨੇ ਉਸਤਤ ਤੇ ਇਹਨਾਂ ਸਵਈਆਂ ਦੇ ਅੰਦਰ ਲਿਖੀ ਹੈ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਤਿਗੁਰੂ ਬਖਸ਼ਿਸ਼ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ
सतगुरु ये तो दूसरा भाग है। पहले भाग दे विच एक ओंकार सतनाम करता पुरख निरभव निर्वैर अकाल मूरत अजूनी सैभं गुर प्रसाद सवैये श्री मुख बाक महला पंजवा। आद पुरख करतार करण कारण सब व्यापे सर्ब रहियो भरपूर सब घट रहियो व्यापे। परमेश्वर की व्यापकता की गल की है। व्यापत देखिए जगत जाने कौन तेरी गत सर्व की रखिया करे आपे हर पद अविनाशी अवगत आपे आप उत्पत। अपने आप तो परमेश्वर आप उत्पत होया है, अपने आप तो आप बनया है, आपे ही सर्व की रखिया करे आपे हर पत अविनाशी अविगत आपे आप उत्पत। एक है तू है एक है अन नाही तुम पत हर अंत नहीं नाही पारावार कौन है करे विचार जगत पिता है सर्व प्राण को आधार। वो परमेश्वर सारिया के प्राणों का आधार है। वाहिगुरु जन नानक भगत दर तुल ब्रह्म संसार एक जी क्या बखाना है। महाराज सच्चे पातशाह बख्शिश करते आ धन श्री गुरु अर्जन देव जी महाराज कहते हैं कि सतगुरु कहते आ जन नानक भगत दर तुल ब्रह्म संसार एक जी क्या बखाना है कि हरि का भगत सेवक गुरु नानक हरि के दर से प्रवान होया है। इत्थे सतगुरां नूं सेवक कहा है परमेश्वर का वाहिगुरु का ते हरि दे वर्गा है। ते मेरी जिहड़ी एक जीव है वो गुरु नानक दे की गुण कथन कर सकती है। ये श्री गुरु अर्जन देव जी ने उस्तत की है गुरु नानक देव जी। जन नानक भगत दार तुल ब्रह्म संसार एक जी क्या बखाने हाँ के बल 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 सत बलिहार कि मेरा धन गुरु नानक देव जी तो सदा ही बलिहारने जान नूं दिल करता मैं सदा ही उन्होंने उत्तों बलिहारने जावां। इस तरह इस सरलेख के अधीन 9 सवैये हैं। फिर ये दूसरा सरलेख दिता है सवैये श्री मुख वाक महला पंजवा 1387 अंग के उपर। एक ओंकार सतगुर प्रसाद काची देह मोह फुन बांधी 60 कठोर कुचील कुज्ञानी धावत भ्रमत रह नहीं पावत पार ब्रह्म की गत नहीं जानी। जोबन रूप माया मद माता विचरत विकल बडो अभिमानी पर तन पर अपवाद नार निंदा जय मीठी जी माहे तानी बलवंच छप करत उपावा पेखत सुनत प्रभ अंतर जामी सील धर्म दया सुच नास्त आयो शरण जी के दानी करण कारण समरथ श्री धर राख लिहो नानक के स्वामी। परमेश्वर की व्यापकता बारे दसिया है कि जीव जिहड़ा है वह इस देह के अभिमान के देह के मोह के ही फसिया होया है ते जोबन के मोह के माया के फसिया होया है। पराई निंदा करता है पर निंदा करता है ये मिठी करके मनता है ते पर करण काल समरथ श्री धर राख लिहो नानक के स्वामी। हे नानक के स्वामी अकाल पुरख परमेश्वर जी सानू रख लेना करो। इस सरलेख के अधीन साध संगत कुल मुख वाक सवैये जिहड़े हन वो 11 सवैये सतगुरां ने इस बाणी दे इहदे विच लिखे हैं। इस तो अगला जिहड़ी बाणी है साध संगत इस तो अगे फिर भट्टां दे सवैये शुरू होंदे हैं जिन्हां दे बारे आपां डिटेल के नाल विचार कर चुके हैं। पर फिर भी मैं आप जी नाल स्क्रीन शेयर कर देवां कि वो जिहड़े सवैये हैं उन्हां दा की सरलेख है किवें श्री गुरु ग्रंथ साहिब जी के अंदर दर्ज हैं। भट्टां दे सवैये धन श्री गुरु ग्रंथ साहिब जी के अंदर जो दर्ज हैं मैं आप जी दे नाल हुणे शेयर कर देवां। हाँ जी सवैये महल्ले पहले के धन श्री गुरु नानक देव जी के नाम के अधीन सवैये महल्ले पहले के करके ये दर्ज हैं। भट्ट कल सहार जी के सवैये हैं श्री गुरु नानक देव जी के परथाए ते ये जिहड़े सवैये हैं 10 सवैये हैं श्री गुरु नानक देव जी की उस्तत दे विच। इहदे विच की भट्ट कल सहार जी दसदे आ। भट्ट कल सहार जी कहते आ भाई सवैये महल्ले पहले के एक ओंकार सतगुर प्रसाद जिहड़ा अंक लिखिया ना एक इनू नहीं पढ़ना जे ये अंक पहलों आ गया हो फिर महल्ले पहले के पढ़िया जा सकता है पर यह अंक जिहड़ा अखीर ते है इस करके इनू नहीं पढ़िया जाता। ये कुंडियां जदों संथਿਆ करते उदों पता लगदियां अखीर वाला एक आ जिहड़ा नहीं पढ़िया जाएगा। सवैये महल्ले पहले के इत्थों तक ही पढ़िया जाएगा। एक ओंकार सतगुर प्रसाद एक मन पुरख ध्याए बरदाता संत सहार सदा विख्याता। उस अकाल पुरख नूं एकाग्र मन दे नाल सिमर के जो वाहिगुरू बख्शिशां करन वाला है दाता देने वाला है परदाता बख्शिशां करने वाला
ਸੰਤ ਸਹਾਰ ਸਦਾ ਵਿਖਿਆਤਾ, ਜਿਹੜਾ ਸੰਤਾਂ ਦਾ ਆਸਰਾ ਹੈ ਤੇ ਜਿਹੜਾ ਸਦਾ ਹੀ ਹਾਜ਼ਰ ਨਾਜ਼ਰ ਹੈ। ਵਿਖਿਆਤਾ ਪ੍ਰਗਟ, ਹਾਜ਼ਰ ਨਾਜ਼ਰ। ਤਾਸ ਚਰਨ ਲੈ ਹਿਰਦੈ ਬਸਾਉ, ਉਹਦੇ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਜਿਹੜੇ ਚਰਨ ਹਨ ਉਹ ਮੈਂ ਹਿਰਦੇ 'ਚ ਟਿਕਾਉਂਦਾ ਹਾਂ। ਪਟ ਕਲ ਸਹਾਰ ਕਹਿੰਦੇ ਆ ਤਾਂ ਪਰਮ ਗੁਰੂ ਨਾਨਕ ਗੁਣ ਗਾਉ। ਤੇ ਉਸ ਤੋਂ ਬਾਅਦ ਮੈਂ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਪਰਮ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਉਹਨਾਂ ਦੇ ਗੁਣ ਗਾਉਣੇ ਸ਼ੁਰੂ ਕਰਦਾ ਹਾਂ। ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਵਰੇ। ਕਹਿੰਦੇ ਹਨ ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ ਜਿਹੜੇ ਪਾਪਾਂ ਦੇ ਦੂਰ ਕਰਨ ਵਾਲਾ ਹੈ ਤੇ ਜੋ ਬਾਣੀ ਦਾ ਸੋਮਾ ਹੈ। ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਜਿਹੜਾ ਸ਼ਬਦ ਦਾ ਸਰੋਵਰ ਹੈ, ਸੋਮਾ ਹੈ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਵੈ। ਗੁਰੂ ਨਾਨਕ ਦੇਵ ਜੀ ਨੂੰ ਜੋਗੀ ਵੀ ਧਿਆਉਂਦੇ ਆ, ਜੰਗਮ ਵੀ ਧਿਆਉਂਦੇ ਆ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ ਤੇ ਜੋ ਧੀਰਜਵਾਨ ਹਨ ਅਤੇ ਉੱਚੀ ਮੱਤ ਵਾਲੇ ਹਨ। ਉਹ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਾਉਂਦੇ ਹਨ, ਧਿਆਉਂਦੇ ਹਨ, ਧਿਆਨ ਧਰਦੇ ਹਨ। ਗਾਵੈ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਇੰਦਰ ਦੇਵਤੇ ਵਰਗੇ ਆਤਮ ਰਸ ਲੈਣ ਦੇ ਲਈ ਇੰਦਰ ਤੇ ਭਗਤ ਪ੍ਰਹਿਲਾਦ ਆਦਿਕ ਜਿਹੜੇ ਭਗਤ ਹਨ ਉਹ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਗਾਉਂਦੇ ਹਨ। ਪਰਮੇਸ਼ਰ ਰੂਪ ਕਰਕੇ ਗੁਰੂ ਨਾਨਕ ਦੇਵ ਜੀ ਦੀ ਉਪਮਾ ਕੀਤੀ ਹੈ ਪਟ ਕਲ ਸਹਾਰ ਜੀ ਨੇ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜਯੋਗ ਜਿਨ ਮਾਣੇ। ਕਬ ਕਲ ਸੁਜਸ ਗਾਵੋਂ ਗੁਰੂ ਨਾਨਕ। ਕਬ ਕਲ, ਕਲ ਦਾ ਅਰਥ ਹੈ ਕਵੀ ਕਲ ਸਹਾਰ, ਕਲ ਭੱਟ, ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਆ। ਰਾਜ ਵੀ ਕੀਤਾ ਹੈ ਤੇ ਜੋਗ ਵੀ ਮਾਣਿਆ, ਭਾਵ ਗ੍ਰਸਤੀ ਵੀ ਰਹੇ ਆ ਤੇ ਮਾਇਆ ਤੋਂ ਉਪਰਾਮ ਵੀ ਰਹੇ। ਗ੍ਰਸਤੀ ਰਹਿ ਕਰਕੇ ਇਹਨਾਂ ਨੇ ਰਾਜ ਮਾਣਿਆ ਹੈ ਤੇ ਮਾਇਆ ਦੇ ਨਾਲ ਨਹੀਂ ਜੁੜੇ, ਮਾਇਆ ਨੂੰ ਆਪਣੇ ਸੰਗ ਨਹੀਂ ਲਾਇਆ, ਇਸ ਕਰਕੇ ਜੋਗੀ ਵੀ ਹੋਏ ਆ। ਧੰਨ ਗੁਰੂ ਨਾਨਕ ਦੇਵ ਜੀ ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ। ਇਸ ਤਰ੍ਹਾਂ ਇਹ ਪਹਿਲੇ ਮਹੱਲੇ ਦੇ ਸਵਈਏ 10 ਸਵਈਏ ਗਿਣਤੀ ਵਿੱਚ ਆ ਤੇ ਇਹ ਸਤਿਗੁਰਾਂ ਦੀ ਉਸਤਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਟ ਕਲ ਸਹਾਰ ਜੀ ਨੇ ਕੀਤੀ ਹੈ। ਸਵਈਏ ਮਹੱਲੇ ਪਹਿਲੇ ਕੇ ਇਸ ਤਰ੍ਹਾਂ ਇਹਦਾ ਸਰਲੇਖ ਆਉਂਦਾ। ਅੱਗੇ ਸਵਈਏ ਮਹੱਲੇ ਦੂਜੇ ਕੇ 2 ਅੱਖਰ ਵੀ ਨਹੀਂ ਪੜ੍ਹਨਾ, 1391 ਅੰਗ ਤੇ ਹੈ। ਇਹ ਜੋ ਇਹਨਾਂ ਦੇ ਵਿੱਚ ਵੀ ਉਸਤਤ ਕੀਤੀ ਹੈ ਕਲ ਸਹਾਰ ਜੀ ਨੇ। ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਉਸਤਤ ਹੈ ਇਹਦੇ ਵਿੱਚ। ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ। ਧੰਨ ਹੈ ਉਹ ਕਰਤਾਰ ਵਾਹਿਗੁਰੂ, ਸਰਬ ਸਾਰਿਆਂ ਦਾ ਸਾਰੇ ਥਾਈਂ ਵਿਆਪਕ ਹੈ, ਜੋ ਇਸ ਸ੍ਰਿਸ਼ਟੀ ਦਾ ਮੂਲ ਹੈ, ਮੁੱਢ ਹੈ ਤੇ ਸਿਰਜਣ ਵਾਲਾ ਤੇ ਸਮਰੱਥਾ ਕਰਨ ਵਾਲਾ ਹੈ। ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। ਧੰਨ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇਹ ਗੁਰੂ ਅੰਗਦ ਦੇਵ ਜੀ ਤੁਹਾਡੇ ਸਿਰ ਦੇ ਉੱਤੇ ਹੱਥ ਰੱਖਿਆ ਹੈ। ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। ਤੁਮ ਦਾ ਅਰਥ ਹੈ ਗੁਰੂ ਅੰਗਦ ਦੇਵ ਜੀ ਤੁਹਾਡੇ ਸਿਰ ਦੇ ਉੱਤੇ ਜਿਨ੍ਹਾਂ ਨੇ ਹੱਥ ਰੱਖਿਆ ਹੈ। ਤਾਂ ਧਰਿਓ ਮਸਤਕ ਹੱਥ, ਸਹਿਜ ਅੰਮਿਓ ਗੁੱਠੋ ਛੱਜ, ਸੁਰ ਨਾਲ ਗੰਨ ਮੁੰਨ ਬੋਹਿਓ ਆਗਾਜ। ਕਹਿੰਦੇ ਆ ਕਿ ਤਦੋਂ ਸਹਿਜੇ ਹੀ ਗੁਰੂ ਨਾਨਕ ਦੇਵ ਜੀ ਨੇ ਤੁਹਾਡੇ ਮੱਥੇ ਤੇ ਹੱਥ ਰੱਖਿਆ ਤੇ ਤੁਹਾਡੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਸ਼ਬਦ ਲਾ ਕੇ ਵਸ ਪਿਆ, ਜਿਹਦੀ ਬਰਕਤ ਦੇ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਜਿਹੜੇ ਆ ਪ੍ਰਤੱਖ ਤੌਰ ਤੇ ਭਿੱਜ ਗਏ। ਸੁਰ ਨਰ ਗਨ ਮੁਨ ਬੋਹਿਓ ਆਗਾਜ। ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਵਰਜ, ਪੰਚ ਭੂਤ ਏਕ ਘਰ ਰਾਖ ਲੈ ਸਮਝ। ਮਾਰਿਓ ਕੰਟਕ ਕਾਲ, ਤੁਸੀਂ ਮਹਾਰਾਜ ਗੁਰੂ ਅੰਗਦ ਦੇਵ ਜੀ ਤੁਸੀਂ ਦੁਖਦਾਈ ਕਾਲ ਨੂੰ ਖਤਮ ਕਰ ਦਿੱਤਾ, ਮੌਤ ਨੂੰ ਖਤਮ ਕਰ ਦਿੱਤਾ, ਆਪਣਾ ਬਲ ਵਿਖਾ ਕੇ ਨਾਸ਼ ਕਰ ਦਿੱਤਾ ਤੇ ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ। ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਵਰਜ। ਮਹਾਰਾਜ ਜੀ ਤੁਸੀਂ ਮਨ ਨੂੰ ਭਟਕਣ ਤੋਂ ਰੋਕ ਲਿਆ ਤੇ 5 ਕਾਮ ਆਦਿਕ ਵਿਕਾਰਾਂ ਨੂੰ ਜਿਹੜਾ ਹੈ ਇੱਕ ਥਾਂ ਦੇ ਉੱਤੇ ਕਾਬੂ ਕਰ ਲਿਆ ਹੈ। ਪੰਚ ਭੂਤ ਏਕ ਘਰ ਰਾਖ ਲੈ ਸਮਝ। ਤਰੀਕੇ ਦੇ ਨਾਲ, ਬੜੇ ਹੀ ਢੰਗ ਦੇ ਨਾਲ ਆਪ ਜੀ ਨੇ ਸਮੇਟ ਕੇ ਇਹਨਾਂ ਵਿਕਾਰਾਂ ਨੂੰ ਇੱਕ ਜਗ੍ਹਾ ਦੇ ਉੱਤੇ ਟਿਕਾ ਦਿੱਤਾ। ਜਗ ਜੀਤੋ ਗੁਰਦੁਆਰ ਖੇਲੇ ਸਮਤਸਾਰ, ਰੱਥ ਉਨਮਨ ਲਿਵ ਰਾਖ ਨਿਰੰਕਾਰ। ਕਹਿੰਦੇ ਆ ਜਗ ਜੀਤੋ ਗੁਰਦੁਆਰ, ਗੁਰੂ ਦੇ ਦੁਆਰਾ, ਧੰਨ ਗੁਰੂ ਨਾਨਕ ਦੇਵ ਜੀ ਦੁਆਰਾ, ਉਹਨਾਂ ਦੀ ਕਿਰਪਾ ਦੇ ਸਦਕਾ, ਉਹਨਾਂ ਦੇ ਦਰ ਤੇ ਪੈ ਕੇ, ਉਹਨਾਂ ਦੇ ਕੋਲ ਜਾ ਕੇ ਤੁਸੀਂ ਜਗਤ ਨੂੰ ਜਿੱਤ ਲਿਆ ਤੇ ਤੁਸੀਂ ਜਗ ਜੀਤੋ ਗੁਰਦੁਆਰ ਖੇਲੇ ਸਮਤਸਾਰ। ਕਹਿੰਦੇ ਆ ਤੁਸੀਂ ਸਮਤਾ ਦੀ ਬਾਜੀ ਖੇਲ ਲਈ, ਭਾਵ ਤੁਸੀਂ ਸ੍ਰਿਸ਼ਟੀ ਨੂੰ, ਦ੍ਰਿਸ਼ਟੀ ਨੂੰ ਵੇਖ ਲਿਆ,
ਇੱਕ ਤਰੀਕੇ ਦੇ ਨਾਲ ਜੋ ਦ੍ਰਿਸ਼ਟੀ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਨਿਰੰਕਾਰ ਵਿੱਚ ਆਪ ਜੀ ਨੇ ਲਿਵ ਲਾ ਕੇ ਰੱਖੀ ਆ ਤੇ ਤੇਰੀ ਜਿਹੜੀ ਬਿਰਤੀ ਦਾ ਪ੍ਰਭਾਵ ਪੂਰਨ ਖੜਾਓ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ। ਤੁਸੀਂ ਟਿਕੇ ਰਹਿੰਦੇ ਹੋ ਨਿਰੰਕਾਰ ਪਰਮੇਸ਼ਰ ਦੇ ਵਿੱਚ। ਕਹੋ ਕੀਰਤ ਕਲ ਸਹਾਰ ਸਬਦ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸੁਮਰਾਰ। ਕਿ ਇਹ ਕਲ ਸਹਾਰ ਕਵੀ ਕਹਿੰਦਾ ਹੈ ਕਿ ਹਰੀ ਰੂਪ ਜਗਤ ਦੇ ਗੁਰੂ ਨਾਨਕ ਦੇਵ ਜੀ ਨੂੰ ਪਰਸ ਕੇ ਗੁਰੂ ਨਾਨਕ ਦੇਵ ਜੀ ਦੇ ਚਰਨੀ ਲਾ ਕੇ ਭਾਈ ਲਹਿਣੇ ਦੀ ਸੋਭਾ ਸਾਰੇ ਸੰਸਾਰ ਵਿੱਚ ਫੈਲ ਗਈ। ਜਗਤਰ ਗੁਰ ਪਰਸ ਮੁਰਾਰ, ਪਰਸ ਮੁਰਾਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਰਸ ਗਏ। ਗੁਰੂ ਅੰਗਦ ਦੇਵ ਜੀ ਦੀ ਇੰਨੀ ਵਡਿਆਈ ਜਿਹੜੀ ਹੋਈ ਹੈ। ਸੋ ਇਸ ਤਰ੍ਹਾਂ ਹੀ 10 ਸਵਈਏ ਹਨ। ਪਹਿਲਾ ਸਵਈਆ ਆਪਾਂ ਵਿਚਾਰਿਆ ਗੁਰੂ ਅੰਗਦ ਦੇਵ ਜੀ ਦੇ ਸਵਈਏ। ਉਸ ਤੋਂ ਉਪਰੰਤ ਤੀਸਰੇ ਪਾਤਸ਼ਾਹ ਦੇ ਸਵਈਏ ਹਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ੍ਹਾਂ ਭਗਤ ਭਵਜਲ ਤਾਰੇ ਜਪੋ ਸੋਈ ਨਾਮ ਪ੍ਰਧਾਨ। ਉਹ ਜਿਹੜਾ ਨਾਮ ਪ੍ਰਧਾਨ ਹੈ ਉਹਨੂੰ ਜਪੋ ਜਿਨੇ ਸਾਰੇ ਸੰਸਾਰ ਨੂੰ ਅਛਲ ਹੈ ਜਿਹੜਾ ਸੰਸਾਰ ਦੇ ਵੱਲੋਂ ਛੱਲਿਆ ਨਹੀਂ ਜਾਂਦਾ। ਤੇ ਤਨਾਮ ਰਸਿਕ ਨਾਨਕ ਲੈਣਾ ਥੱਪਿਓ ਜਿਨ ਸਰਬ ਸਿੱਧੀ। ਇਸ ਨਾਮ ਦੇ ਵਿੱਚ ਲੱਗ ਕੇ ਲੈਣੇ ਨੇ ਗੁਰੂ ਨਾਨਕ ਦੇ ਕੋਲੋਂ ਸਾਰੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹਨ। ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਸਤਰੀਆ। ਕਹਿੰਦੇ ਆ ਕਿ ਇਹ ਕਵੀ ਕੱਲ ਉਸੇ ਦੀ ਬਰਕਤ ਦੇ ਨਾਲ ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਜੀ ਦੀ ਸੋਭਾ ਲੋਕਾਂ ਦੇ ਵਿੱਚ ਪਰਸ ਰਹੀ ਹੈ। ਕੀਰਤ ਕਵ ਕਿਰਨ ਪ੍ਰਗਟ ਸੰਸਾਰੇ ਸਾਗਤ ਰੋਵਰ ਮੌਲ ਸਰਾ। ਮੌਲ ਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖਾਂ ਖਿਲਰ ਕੇ ਸੁਗੰਧੀਆਂ ਖਿਲਾਰਦੀਆਂ ਹਨ। ਤਿਵੇਂ ਗੁਰੂ ਅਮਰਦਾਸ ਦੀ ਸੋਭਾ ਜਿਹੜੀ ਹੈ ਉਹ ਸੂਰਜ ਦੀ ਕਿਰਨ ਦੇ ਵਾਂਗ ਸਾਰੇ ਜਗਤ ਦੇ ਵਿੱਚ ਪ੍ਰਗਟ ਹੋਈ ਹੈ। ਉੱਤਰ ਦੱਖਣ ਪੂਬ ਅਰ ਪੱਛਮ ਜੈ ਜੈਕਾਰ ਜਪੰਥ ਨਰਾ। ਉੱਤਰ ਦੇ ਵਿੱਚ, ਦੱਖਣ ਦੇ ਵਿੱਚ, ਪੂਰਬ ਦੇ ਵਿੱਚ ਤੇ ਪੱਛਮ ਦੇ ਵਿੱਚ ਸਾਰੇ ਲੋਕ ਧੰਨ ਗੁਰੂ ਅਮਰਦਾਸ ਜੀ ਦੀ ਜੈ ਜੈਕਾਰ ਕਰ ਰਹੇ ਹਨ। ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪੱਛਮ ਧਰਿਆ। ਹਰੀ ਦਾ ਨਾਮ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਬਿਰਤੀ ਸੰਸਾਰ ਵੱਲੋਂ ਉਲਟਾ ਦਿੱਤੀ ਹੈ। ਜਿਵੇਂ ਗੰਗਾ ਨੂੰ ਪੱਛਮ ਵਿੱਚ ਤੋਰ ਦਿੱਤਾ ਹੋਵੇ। ਉਲਟ ਗੰਗ ਪੱਛਮ ਧਰਿਆ ਸੋਈ ਨਾਮ ਛਲ ਭਗਤੈ ਭਵਤਾਰਨ ਅਮਰਦਾਸ ਗੁਰ ਕੋ ਹੁਰਿਆ। ਇਹ ਸਾਰੀ ਨਾਮ ਦੀ ਵਡਿਆਈ ਹੈ। ਇਹ ਉਹ ਨਾਮ ਹੈ ਸੋਈ ਨਾਮ ਅਛਲ ਜਿਹੜਾ ਛਲਿਆ ਨਹੀਂ ਜਾ ਸਕਦਾ। ਭਗਤੈ ਭਵਤਾਰਨ ਜਿਹੜਾ ਭਗਤਾਂ ਨੂੰ ਤਾਰਦਾ ਹੈ। ਅਮਰਦਾਸ ਗੁਰ ਕੋ ਹੁਰਿਆ ਉਹੀ ਨਾਮ ਅਮਰਦਾਸ ਗੁਰੂ ਨੂੰ ਹੁਰਿਆ ਹੈ। ਸੋ ਅੱਗੇ ਹਨ ਭੱਟਾਂ ਦੇ ਸਵਈਏ ਮਹੱਲੇ ਚੌਥੇ ਕੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤ ਦੇ ਵਿੱਚ ਇਹ ਸਵਈਏ ਅੱਗੇ ਉਚਾਰਨ ਕੀਤੇ ਆ। ਸਾਧ ਸੰਗਤ ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਵੀ ਕੱਲ ਭੱਟ ਜੀ ਦੇ ਸਵਈਏ ਹਨ। ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਤਿ ਗਾਵੋ। ਇੱਕ ਮਨ ਪਰਮੇਸ਼ਰ ਨੂੰ ਧਿਆਵਾਂ ਵਾਹਿਗੁਰੂ ਨੂੰ ਜਿਹੜਾ ਨਿਰੰਜਨ ਹੈ ਮਾਇਆ ਤੋਂ ਰਹਿਤ ਗੁਰ ਪ੍ਰਸਾਦ ਹਰ ਗੁਣ ਸਤਿ ਗਾਵੋ। ਗੁਰੂ ਦੀ ਕਿਰਪਾ ਦੇ ਨਾਲ ਹਰੀ ਦੇ ਗੁਣ ਗਾਵਾਂ। ਗੁਣ ਗਾਵਤ ਮਨ ਹੋਈ ਵਿਗਾਸਾ। ਖਿੜਾਓ ਆਉਂਦਾ ਹੈ ਮਨ ਵਿੱਚ ਉਹਦੇ ਗੁਣ ਗਾਉਣ ਦੇ ਨਾਲ। ਸਤਿਗੁਰ ਪੂਰ ਜਨੈ ਕੀ ਆਸਾ। ਤੇ ਸਤਿਗੁਰ ਜਿਹੜਾ ਹੈ ਉਹ ਜਨ ਦੀ ਆਪਣੇ ਦੀ ਆਸਾ ਪੂਰੀਆਂ ਕਰਦਾ ਹੈ। ਸਤਿਗੁਰ ਸੇਵ ਪਰਮ ਪਦ ਪਾਇਓ। ਉਸ ਸਤਿਗੁਰੂ ਨੂੰ ਸੇਵ ਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਸਤਿਗੁਰੂ ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ। ਅਬਨਾਸੀ ਜਾਂ ਵਿਗਾਤਿਤ ਆਇਓ ਤੇ ਅਬਨਾਸੀ ਤੇ ਅਦ੍ਰਿਸ਼ਟ ਹਰੀ ਨੂੰ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਜਿਹੜਾ ਹੈ ਉਹ ਸਿਮਰਿਆ ਹੈ। ਤਿਸ ਭੇਟੇ ਦਰਿਦਰ ਨਾ ਚੰਪੈ। ਗੁਰੂ ਰਾਮਦਾਸ ਜੀ ਨੂੰ ਭੇਟਣ ਦੇ ਨਾਲ ਉਹਨਾਂ ਨੂੰ ਸਿਮਰਨ ਦੇ ਨਾਲ ਉਹਨਾਂ ਦੇ ਚਰਨੀ ਲੱਗਣ ਦੇ ਨਾਲ ਦਲਿੱਦਰ ਨੇੜੇ ਨਹੀਂ ਲੱਗਦਾ। ਕਲ ਸਹਾਰ ਦਾਸ ਗੁਰੂ ਚੰਪੇ। ਇਸ ਕਰਕੇ ਮੈਂ ਜਿਹੜਾ ਕਵੀ ਕਲ ਸਹਾਰ ਹਾਂ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਹਾਂ। ਜੰਪੋ ਗੁਣ ਵਿਮਲ ਸੁਜਨ ਜਨ ਕੇਰੇ ਅੰਮਿਆ ਨਾਮ ਜਾਗੋ ਫਿਰਿਆ। ਕਹਿੰਦੇ ਆ ਕਿ ਮੈਂ ਸ੍ਰੇਸ਼ਟ ਜਨ ਗੁਰੂ ਰਾਮਦਾਸ ਜੀ ਦੇ ਨਿਰਮਲ ਗੁਣ ਗਾਉਂਦਾ ਹਾਂ ਜਿਸ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ। ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ। ਇਨ ਸਤਿਗੁਰੂ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਪੁਰ ਧਰਿਆ। ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਤੇ ਨਿਰੰਜਨ ਦਾ ਨਾਮ ਹਿਰਦੇ 'ਚ ਟਿਕਾਇਆ ਹੈ। ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਾਰੇ। ਗੁਰੂ ਰਾਮਦਾਸ ਅਕਾਲ ਪੁਰਖ ਦੇ ਨਾਮ ਦਾ ਰਸੀਆ ਹੈ। ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਗਾਹਕ ਹੈ। ਅਕਾਲ ਪੁਰਖ ਦੇ ਨਾਲ ਪਿਆਰ ਕਰਨ ਵਾਲਾ ਅਤੇ ਸਮਦ੍ਰਿਸ਼ਟਾ ਦਾ ਸਰੋਵਰ ਹੈ ਗੁਰੂ ਰਾਮਦਾਸ ਮਹਾਰਾਜ। ਸਮਦ੍ਰਿਸ਼ਟਾ ਸਾਰਿਆਂ ਨੂੰ ਇੱਕ ਰੂਪ ਦੇਖਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਕਵ ਕਲ ਠਾਕੁਰ ਹਰਦਾਸ ਤਨੀ ਗੁਰੂ ਰਾਮਦਾਸ ਸਰ ਅਪਰ ਪਰੇ।
कवि कल सहार कहते हैं कि ठाकुर हरदास जिन्हों के सुपुत्र हैं धन गुरु रामदास जी, उन्होंने के हिरदे रूपी जिहड़ा खाली सरोवर नूं भरन वाले हैं नाम के नाल। लोकां संसार के जिहड़े खाली सरोवर हैं खाली हिरदे हैं उन्होंने अमृत के नाल नाम के नाल भरन वाले हैं धन गुरु रामदास सच्चे पातशाह। तो इस तरह ये सवैये जिहड़े हैं वो भट्टां ने उचारण कीते आ सतगुरु गुरु रामदास जी उस्तत दे विच। इहदे विच साध संगत एक आप जी की स्क्रीन उपर है, ये साध संगत एक रड शब्द करके आया है, ये थोड़ा जिहा मैं दस देवां। एक गायन शैली है, छंद है, छंद का नाम है रड। पढ़न का इनू तरीका है, काव्य रचना का एक मूल है। इनू इस तरह पढ़िया जाता है, जिसै धरियो धरत अर व्योम अर पवन ते नीर सर अवर अनड़ अनाद की। इंज लगता जिवें असीं इनू गा नहीं रहे, पढ़ रहे होइए। इस करके रड शब्द वरत के इत्थों थोड़ी जी इन्हां दी डिफरेंट आ। पिछले सवैये जिहड़े हैं ना उन्हां नाल थोड़ा जिहा फर्क है इत्थे पढ़न का, इस करके ये इत्थों आके चाल बदलती है, इस करके रड शब्द उपर दिता। सासर एक निस सूर दिन सैल तरु फल फुल दियो, सुर नर सफल समुंदर क्या धारियो, त्रिभवन जास सोई एक नाम हर नाम सत पायो गुर अमर प्रकाश। के गुरु अमरदास जी कोलों धन गुरु रामदास जी ने नाम का प्रकाश जिहड़ा वो पाया है। सो इस तरह ये जिहड़ा सवैया है ये थोड़ा जिहा दूसरे सवैया नालों वखरा। इस तरह साध संगत एक सवैया है, ये उपर छंद की चाल जिहड़ी झोलना चाल वाला छंद है। झोलना गुरु गुर गुरु जप प्राणिया हो, शब्द हर हर जपे नाम नव नित अपै, रसन अह नसर सै सत कर जानिया हो, फुन प्रेम रंग पाइए गुरमुख हेते आइए, अन मार्ग तजो भजो हर ज्ञानिया हो, बचन गुर नित तरो पंच भू बस करो, जन्म कुल उतरो द्वार हर मानिया हो, जौता सब सुख इत उत तुम पंछो, गुरु गुर गुरु जप प्राणियो। सो इस तरह जिवें पिछे रड सवैया आया है, रड उहदे विच भी चाल बदली है, उस तरह इस जो सवैया है झोलना छंद दे विच ये भी थोड़ी जी पिछले सवैया नालों चाल इहदी वखरी है कि उस गुरु नूं जपना चाहिए। गुरु की वडियाई इस ज्ञानद भट्ट जी ने की है इस सवैये दे विच कि गुरु नूं जपो प्राणियो, शब्द हर हर जपे गल सच जानियो, कि सतगुरु आप हरि का शब्द स्वरूप है, आप जपदा है तो होरनां नूं भी जिहड़ा जपण लई प्रेरित करता है, तो 9 निधियां बख्शदा है गुरु, ते हर वाली जीव के नाल उस हरि का नाम जिहड़ा वो जप के आनंद प्राप्त करो। सत कर जानो मेरी एक गल, पुन प्रेम रंग पाइए गुरमुख ध्याइए, अन मार्ग तजो भजो हर ज्ञानिया। अन मार्ग होर मार्ग सारे छड्ड के रस्ते छड्ड के ते गुरु की सिक्ख्या लैके परमेश्वर हरि नूं सिमरिए, वचन को रिद तरो पंच भू बस करो, जन्म को उधरो द्वार हर मानियो। गुरु का वचन हृदय च धर के 5 विकारां नूं वस च करके जन्म कुल तो उधर जाओ ते द्वार हर मानियो। हरि का जिहड़ा द्वार है उस द्वारे ते आदर तुसीं पाओगे जे तुसीं ये रस्ता अपनाओगे। जौता सब सुख इत तुम बचो, गुरु गुर गुरु जप प्राणियो। कहते हैं कि जेकर तुसीं परलोक के सारे सुख चाहते हो तो प्राणियो तुसीं गुरु नूं जपो, वार वार गुरु नूं जपना। सो इस तरह ये झोलना छंद ते पिछला जिहड़ा रड छंद जिहड़ा है इस सवैये महल्ले चौथे के अंदर आउंदा। उस तो बाद साध संगत सवैये महल्ले पंजवें के आप जी की स्क्रीन उपर ਇਹਦੇ ਵਿੱਚ ਵੀ ਭੱਟ ਸਾਹਿਬਾਨਾਂ ਨੇ 5ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਇਹ ਪਾਵਨ ਜਿਹੜੇ ਹਨ ਸਵਈਏ ਉਹ ਉਚਾਰਨ ਕੀਤੇ ਆ। ਸਤਿਗੁਰਾਂ ਨੇ ਜੋ ਇਹ ਭੱਟਾਂ ਨੇ ਬਖਸ਼ਿਸ਼ ਕੀਤੀ ਆ, ਕਹਿੰਦੇ ਹਨ ਸਵਈਏ ਮਹੱਲੇ 5ਵੇਂ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਿਮਰਨ ਸੋਈ ਪੁਰਖ ਅਚਲ ਅਬਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਉਸ ਵਾਹਿਗੁਰੂ ਦਾ ਮੰਗਲ ਕੀਤਾ ਕਿ ਉਹਨੂੰ ਸਿਮਰੋ। ਉਸ ਵਾਹਿਗੁਰੂ ਨੂੰ ਜਿਹੜਾ ਪੁਰਖ ਰੂਪ ਹੈ, ਅਚਲ ਹੈ, ਅਬਿਨਾਸੀ ਹੈ, ਜਿਹਦੇ ਸਿਮਰਨ ਦੇ ਨਾਲ ਦੁਰਮਤ ਮਲ ਨਾਸੀ, ਦੁਰਮਤ ਮਲ ਦੂਰ ਹੁੰਦੀ ਹੈ। ਸਤਿਗੁਰ ਚਰਨ ਕਵਲ ਰਿਤ ਧਾਰ, ਕਹਿੰਦੇ ਹਨ ਭੱਟ ਕਲ ਜੀ ਕਿ ਮੈਂ ਸਤਿਗੁਰਾਂ ਦੇ ਚਰਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦਾ। ਗੁਰ ਅਰਜਨ ਗੁਣ ਸਹਿਜ ਵਿਚਾਰਨ, ਤੇ ਫਿਰ ਮੈਂ ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਗੁਣ ਉਚਾਰਨ ਕਰਦਾ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਦਾ ਸਗਲ ਮਨੋਰਥ ਪੂਰੀ ਆਸਾ, ਸਾਰੀਆਂ ਮਨੋਰਥ ਸਾਰੇ ਮਨੋਰਥ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ। ਤੈ ਜਨਮਤ ਗੁਰਮਤਿ ਬ੍ਰਹਮ ਪਛਾਰਿਓ। हे ਗੁਰੂ ਅਰਜਨ ਦੇਵ ਮਹਾਰਾਜ, ਆਪ ਜੀ ਨੇ
ਜਨਮ ਤੋਂ ਹੀ ਗੁਰਮਤਿ ਨੂੰ ਬ੍ਰਹਮ ਨੂੰ ਪਛਾਣ ਲਿਆ ਗੁਰਮਤਿ ਦੁਆਰਾ। ਗੁਰੂ ਦੀ ਮੱਤ ਦੇ ਦੁਆਰਾ ਆਪ ਜੀ ਨੇ ਬ੍ਰਹਮ ਨੂੰ ਅਕਾਲ ਪੁਰਖ ਨੂੰ ਜਾਣ ਲਿਆ। ਕਲ ਜੋੜ ਕਲ ਕਰ ਸੁਜਸ ਵਖਾਣੀ। ਕਵੀ ਕਲ ਕਹਿੰਦਾ ਹੈ ਕਿ ਮੈਂ ਹੱਥ ਜੋੜ ਕੇ ਸੁਜਸ ਆਪ ਜੀ ਦੇ ਗੁਣ, ਆਪ ਜੀ ਦੀ ਉਸਤਤ ਉਚਾਰਨ ਕਰਦਾ ਹਾਂ। ਭਗਤ ਜੋਤ ਜੋਗ ਕਉ ਜੈਤਵਾਰ ਹਰ ਜਨ ਕੋ ਪਾਏ। ਕਹਿੰਦੇ ਆਪ ਜੀ ਨੇ ਭਗਤੀ ਦੇ ਜੋਗ ਨੂੰ ਜਿੱਤ ਲਿਆ ਹੈ, ਭਾਵ ਆਪ ਜੀ ਨੇ ਭਗਤੀ ਦੇ ਨਾਲ ਪਰਮੇਸ਼ਰ ਨਾਲ ਮਿਲਾਪ ਪਾ ਲਿਆ ਹੈ। ਤੇ ਆਪ ਨੂੰ ਜਨਕ ਵਾਹਿਗੁਰੂ ਆਪ ਜੀ ਨੇ, ਹਰੀ ਨੇ ਆਪ ਜੀ ਨੂੰ ਜਨਕ ਦੀ ਤਰ੍ਹਾਂ ਪੈਦਾ ਕੀਤਾ। ਜਿਵੇਂ ਜਨਕ ਰਾਜਾ ਪੈਦਾ ਹੋਇਆ ਨਾ, ਉਸ ਤਰ੍ਹਾਂ ਆਪ ਜੀ ਭਗਤੀ ਕਰਨ ਵਾਲੇ ਜਨਕ ਰਾਜੇ ਵਰਗੇ ਹੋ। ਸ਼ਬਦ ਰੂਪ ਪ੍ਰਕਾਸਿਓ ਹਰ ਰਸਨ, ਸ਼ਬਦ ਰੂਪ ਪ੍ਰਕਾਸਿਓ ਹਰ ਰਸਨ ਵਸਾਇਓ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਗੁਰੂ ਸ਼ਬਦ ਨੂੰ ਪ੍ਰਗਟ ਕੀਤਾ ਤੇ ਹਰੀ ਨੂੰ ਆਪ ਜੀ ਨੇ ਜੀਭ ਦੇ ਉੱਤੇ ਵਸਾਇਆ। ਹਰ ਵੇਲੇ ਆਪ ਜੀ ਪਰਮੇਸ਼ਰ ਦਾ ਨਾਮ ਜੀਭ ਰਾਹੀਂ ਜਪਦੇ ਰਹਿੰਦੇ ਹੋ। ਪਰਮੇਸ਼ਰ ਵਾਹਿਗੁਰੂ ਆਪ ਜੀ ਦੇ ਰਸਨਾ ਉੱਤੇ ਵਸਿਆ ਹੈ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੀ ਚਰਨੀ ਲਾ ਕੇ ਗੁਰੂ ਅਰਜਨ ਦੇਵ ਜੀ ਨੇ ਉੱਤਮ ਪਦਵੀ ਪਾਈ ਹੈ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਏ। ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਭਗਤ ਉਤਰ ਆਏ ਹਨ। ਸਾਧ ਸੰਗਤ ਇੱਥੇ ਥੋੜਾ ਜਿਹਾ ਧਿਆਨ ਦੇਣਾ। ਜਿਨ੍ਹਾਂ ਨੇ ਸੰਥਿਆ ਕੀਤੀ ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਵਿਸ਼ਰਾਮ ਜਿਹੜਾ ਇੱਥੇ ਲੱਗਣਾ ਹੈ ਗੁਰੂ ਅਰਜਨ ਘਰ ਗੁਰੂ ਰਾਮਦਾਸ। ਇਸ ਤਰ੍ਹਾਂ ਨਹੀਂ ਪੜ੍ਹਨਾ ਗੁਰੂ ਅਰਜਨ ਘਰ ਗੁਰੂ ਰਾਮਦਾਸ, ਇਸ ਤਰ੍ਹਾਂ ਨਹੀਂ ਪੜ੍ਹਨਾ, ਕਿਉਂਕਿ ਇਹਦਾ ਅਰਥ ਫਿਰ ਸਪਸ਼ਟ ਹੋਏਗਾ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਏ, ਕਿ ਭਗਤ ਉਤਰੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ। ਬੜਭਾਗੀ ਉਨਮਾਨਿਓ ਰਿੱਧ ਸ਼ਬਦ ਵਸਾਇਓ। ਬੜਭਾਗੀ ਗੁਰੂ ਅਰਜਨ ਦੇਵ ਜੀ ਵੱਡਿਆਂ ਭਾਗਾਂ ਵਾਲੇ ਹਨ, ਪੂਰਨ ਖੜਾਓ ਵਾਲੇ ਹਨ ਤੇ ਹਿਰਦੇ ਵਿੱਚ ਉਹਨਾਂ ਨੇ ਸ਼ਬਦ ਵਸਾਇਆ ਹੈ। ਇਸ ਤਰ੍ਹਾਂ ਸੋਈਆ ਦੂਸਰਾ ਸ਼ੁਰੂ ਹੋ ਗਿਆ। ਹਾਂਜੀ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਆ। ਸੋ ਇਸ ਤਰ੍ਹਾਂ ਸਾਧ ਸੰਗਤ ਅੱਗੇ ਦੂਸਰਾ ਸੋਈਆ ਜਿਹੜਾ ਹੈ ਉਹ ਚੱਲਦਾ ਹੈ। ਸੋ ਇਹ ਪੰਜਵੇਂ ਮਹੱਲੇ ਦੇ ਸੋਈਏ ਹਨ। ਉਹਨਾਂ ਦੇ ਵਿੱਚ ਹੀ ਸਾਧ ਸੰਗਤ ਇੱਕ ਸੋਰਠਾ ਛੰਦ ਆਇਆ ਹੈ। ਇਹ ਛੰਦ ਦੀ ਤੁਸੀਂ ਚਾਲ ਜਿਹੜੀ ਹੈ ਉਹ ਥੋੜੀ ਜਿਹੀ ਅਲੱਗ ਹੈ। ਕਿਉਂ? ਸਾਧ ਸੰਗਤ ਇਹ ਜਿਹੜਾ ਸੋਰਠਾ ਛੰਦ ਹੈ, ਸੋਰਠਾ ਸਵਈਆ, ਇਹਦੀਆਂ ਪੰਕਤੀਆਂ ਆਪਸ 'ਚ ਨਹੀਂ ਮਿਲਦੀਆਂ। ਇਹਨੂੰ ਬੈਂਤ ਵੀ ਕਿਹਾ ਜਾਂਦਾ ਹੈ। ਜਿਵੇਂ ਗੁਰ ਅਰਜਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਾਹੀ, ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਦੋਵੇਂ ਪੰਕਤੀਆਂ ਆਪਸ 'ਚ ਨਹੀਂ ਰਲਦੀਆਂ। ਜਿਵੇਂ ਦੂਸਰੀਆਂ ਪੰਕਤੀਆਂ ਆਪਸ ਦੇ ਵਿੱਚ ਰਲ ਕੇ ਤੇ ਕਾਵ ਰਚਨਾ ਨੂੰ ਪੂਰੀਆਂ ਕਰਦੀਆਂ। ਉੱਪਰਲੀ ਪੰਕਤੀ ਵੱਖਰੀ ਹੈ ਤੇ ਹੇਠੀ ਵੱਖਰੀ ਹੈ। ਅਬਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ, ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ। ਜਗਤ ਉਦਾਹਰਨ ਨਾਮ ਸਤਿਗੁਰ ਤੁਠੈ ਪਾਇਓ, ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਸੋ ਇਹ ਸੋਰਠਾ ਹੈ ਕਿ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦੇ ਰੂਪ ਦੇ ਵਿੱਚ ਗੁਰੂ ਅਰਜੁਨ ਵਾਂਗ ਕਦੇ ਘਬਰਾਉਂਦੇ ਨਹੀਂ ਹਨ। ਜਿਵੇਂ ਅਰਜੁਨ ਸੀ ਉਹਦੇ ਵਾਂਗ, ਜਿਵੇਂ ਉਹ ਕੁਰੂਕਸ਼ੇਤਰ ਦੇ ਰਣ ਦੇ ਵਿੱਚ ਨਹੀਂ ਘਬਰਾਉਂਦਾ, ਇਸ ਤਰ੍ਹਾਂ ਕਾਮ ਆਦਿਕ ਵੈਰੀਆਂ ਦੇ ਕੋਲੋਂ ਗੁਰੂ ਅਰਜਨ ਦੇਵ ਜੀ ਨਹੀਂ ਘਬਰਾਉਂਦੇ, ਨਹੀਂ ਡਰਦੇ। ਨੇਜਾ ਨਾਮ ਨਿਸ਼ਾਨ ਸਤਿਗੁਰੂ ਸ਼ਬਦ ਸਵਾਰਿਓ। ਨਾਮ ਦਾ ਨੇਜਾ ਉਹਨਾਂ ਨੇ ਹੱਥ ਵਿੱਚ ਫੜਿਆ ਹੋਇਆ ਹੈ ਤੇ ਗੁਰੂ ਦੇ ਸ਼ਬਦ ਦੇ ਨਾਲ ਉਹ ਸੋਹਣੇ ਲੱਗਦੇ ਹਨ। ਗੁਰੂ ਦਾ ਸ਼ਬਦ ਨੇ ਉਹਨਾਂ ਨੂੰ ਸਵਾਰਿਆ ਹੈ ਗੁਰੂ ਅਰਜਨ ਦੇਵ ਜੀ ਨੂੰ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਤਾ। ਸੰਸਾਰ ਸਮੁੰਦਰ ਹੈ, ਅਕਾਲ ਪੁਰਖ ਦਾ ਨਾਮ ਪੁਲ ਹੈ ਤੇ ਜਹਾਜ਼ ਹੈ। ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਤਰਿਓ। ਆਪ ਦਾ ਗੁਰੂ ਨਾਲ ਪਿਆਰ ਹੈ, ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜ ਕੇ ਆਪ ਨੇ ਜਗਤ ਨੂੰ, ਸੰਸਾਰ ਨੂੰ ਬਚਾ ਲਿਆ ਹੈ। ਜਗਤ ਉਦਾਹਰਨ ਨਾਮ ਸਤਿਗੁਰ ਤੁਠੈ ਪਾਏ। ਜਦ ਸਤਿਗੁਰ ਤੁਠੇ, ਫਿਰ ਜਗਤ ਨੂੰ ਤਾਰਨ ਵਾਲਾ ਨਾਮ ਗੁਰੂ ਨੇ ਪ੍ਰਸੰਨ ਹੋ ਕੇ ਤੁਹਾਨੂੰ ਦਿੱਤਾ ਤੇ ਤੁਸੀਂ ਜਗਤ ਨੂੰ ਦਿੱਤਾ। ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਸਾਨੂੰ ਹੁਣ ਕਿਸੇ ਨਾਲ ਕੋਈ ਗੌ ਨਹੀਂ ਹੈ। ਗੁਰੂ ਅਰਜਨ ਦੇਵ ਜੀ ਸਾਡੇ ਦਰ ਦੇ ਉੱਤੇ ਸਾਡੇ ਕਾਰਜ ਰਾਸ ਹੋ ਗਏ। ਇਹ ਭੱਟ ਸਾਹਿਬਾਨ ਕਹਿੰਦੇ ਆ ਕਿ ਸਾਨੂੰ ਹੁਣ ਕੋਈ ਡਰ ਨਹੀਂ ਹੈ। ਹੁਣ ਸਾਡੀਆਂ ਸਾਰੀਆਂ ਕਾਮਨਾਵਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਕਬੂਲ ਹੋ ਗਈਆਂ, ਪੂਰੀਆਂ ਹੋ ਗਈਆਂ। ਸੋ ਸਾਧ ਸੰਗਤ, ਇਹ ਸਾਧ ਸੰਗਤ ਜੋ ਸਤਿਗੁਰਾਂ ਨੇ ਰਚਨਾ ਕੀਤੀ ਹੈ, ਭੱਟਾਂ ਨੇ ਜੋ ਰਚਨਾ ਕੀਤੀ ਹੈ, ਜੋ ਭੱਟਾਂ ਨੇ ਗਾਇਆ ਹੈ, ਭੱਟ ਸਾਹਿਬਾਨਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਉਹ ਆਪਾਂ ਸਾਧ ਸੰਗਤ ਵਿਚਾਰਿਆ। ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਇੱਥੇ ਜਿਹੜੇ ਭੱਟਾਂ ਦੇ ਸਵਈਏ ਸਮਾਪਤ ਹੁੰਦੇ ਆ।
ਉਸ ਤੋਂ ਬਾਅਦ ਅੱਗੇ ਜਿਹੜੀ ਹੈ ਆਪਾਂ ਗੱਲ ਕਰਨੀ ਹੈ ਸਾਧ ਸੰਗਤ ਵਾਹਿਗੁਰੂ। ਅੱਗੇ ਜੋ ਸਾਧ ਸੰਗਤ ਦੋਹਰਾ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਦੋਹਰਾ ਸ਼ਬਦ ਕਰਕੇ ਆਉਂਦਾ ਹੈ ਦੋਹਰਾ, ਉਹਦੇ ਬਾਰੇ ਆਪਾਂ ਜੋ ਵਿਚਾਰ ਹੈ ਉਹ ਕਰਨੀ ਹੈ। ਦੋਹਰਾ ਸ਼ਬਦ, ਸਕਰੀਨ ਦੀ ਪ੍ਰੋਬਲਮ ਆ ਗਈ, ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਦੋਹਰਾ ਜੋ ਅਖੀਰ ਦੇ ਵਿੱਚ 9ਵੇਂ ਮਹੱਲੇ ਦੇ ਸ਼ਲੋਕ ਹਨ ਸਾਧ ਸੰਗਤ, ਉਹਦੇ ਵਿੱਚ ਇਹ ਦੋਹਰਾ ਜਿਹੜਾ ਉਹ ਅੰਕਿਤ ਕੀਤਾ ਗਿਆ ਹੈ। ਉਹ ਦੋਹਰਾ ਕੀ ਹੈ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਦੇਵਾਂ। ਉਹ ਦੋਹਰੇ ਦੇ ਵਿੱਚ ਸਤਿਗੁਰਾਂ ਨੇ ਕੀ ਬਖਸ਼ਿਸ਼ ਕੀਤੀ ਹੈ, ਕੀ ਦੱਸਣਾ ਕੀਤਾ ਹੈ। ਸੋ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਵਈਏ ਹਨ ਉਹਨਾਂ ਦੇ ਅੰਦਰ ਇਹ ਪਾਵਨ ਦੋਹਰਾ ਜਿਹੜਾ ਹੈ ਉਹ ਸਾਨੂੰ ਅੰਕਿਤ ਮਿਲਦਾ ਹੈ। ਇਹ ਪਾਵਨ ਦੋਹਰਾ ਜਿਹੜਾ ਹੈ ਇਹਦੇ ਵਿੱਚ ਇੱਕ ਸਵਾਲ ਹੈ ਜੋ ਸੰਪਰਦਾਇ ਵਿਦਵਾਨਾਂ ਨੇ ਕੁਛ ਇਸ ਤਰ੍ਹਾਂ ਕਿਹਾ ਹੈ ਕਿ ਜਿਹੜਾ ਆਰੰਭ ਦੇ ਵਿੱਚ ਜੋ ਬਖਸ਼ਿਸ਼ ਕੀਤੀ ਹੈ ਇਸ ਦੋਹਰੇ ਦੇ ਵਿੱਚ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬੋਟ ਹਰ ਗੱਜ ਜਿਉ ਹੋ ਸਹਾਏ। ਕਹਿੰਦੇ ਕਿ ਇਹ ਜਿਹੜਾ ਦੋਹਰੇ ਦੀਆਂ ਪਹਿਲੀਆਂ ਦੋ ਪੰਕਤੀਆਂ ਹਨ ਇਹ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਤੋਂ ਜਦੋਂ ਚਾਂਦਨੀ ਚੌਕ ਦੇ ਵਿੱਚ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ, ਉਸ ਤੋਂ ਪਹਿਲਾਂ ਮਾਰਨ ਕੈਦ ਕਰਕੇ ਰੱਖਿਆ ਗਿਆ ਸੀ। ਉੱਥੇ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਖਿਆ ਲੈਣ ਵਾਸਤੇ ਇਹ ਪਹਿਲੀਆਂ ਦੋ ਪੰਕਤੀਆਂ ਉਚਾਰਨ ਕਰਕੇ ਭੇਜੀਆਂ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤਾ ਪਾਏ, ਕਹੋ ਨਾਨਕਾ ਬੋਟ ਹਰ ਗੱਜ ਜਿਉ ਹੋ ਸਹਾਏ। ਬਲ ਛੁਟਕਿਓ ਬੰਧਨ ਪਰੇ, ਮਾਰੇ ਕਹਿੰਦੇ ਮੇਰਾ ਬਲ ਖਤਮ ਹੋ ਗਿਆ ਹੈ ਤੇ ਬੰਧਨ ਮੇਰੇ ਜਿਹੜੇ ਆ ਉਹ ਪਰ ਗਏ ਆ, ਭਾਵ ਮੈਨੂੰ ਬੰਧਨਾਂ ਦੇ ਵਿੱਚ ਪੈ ਗਿਆ ਹਾਂ ਮੈਂ। ਕਛੂ ਨਾ ਹੋ ਤਾ ਪਾਏ, ਹੁਣ ਕੋਈ ਵੀ ਉਪਾਅ ਜਿਹੜਾ ਉਹ ਨਹੀਂ ਹੋ ਰਿਹਾ ਮੇਰੇ ਪਾਸੋਂ। ਕਹੋ ਨਾਨਕ ਅਬੋਟ ਹਰ ਗੱਜ ਜਿਉ ਹੋ ਸਹਾਏ, ਕਹੋ ਨਾਨਕ ਅਬੋਟ ਹਰ, ਹੁਣ ਹਰੀ ਦੀ ਓਟ ਹੋਵੇ, ਗੱਜ ਜਿਉ ਹੋ ਸਹਾਏ। ਜਿਵੇਂ ਆਪ ਜੀ ਨੇ ਗੱਜ ਹਾਥੀ ਦਾ ਸਹਾਈ ਹੋ ਕੇ ਉਹਨੂੰ ਤੇਂਦੂਏ ਤੋਂ ਛਡਾਉਣਾ ਕੀਤਾ ਹੈ, ਉਸੇ ਤਰ੍ਹਾਂ ਮਾਇਆ ਤੋਂ ਸਾਡੀ ਵੀ ਬੰਦ ਖਲਾਸੀ ਕਰਾਓ। ਤੇ ਫਿਰ ਉੱਤਰ ਦੇ ਵਿੱਚ ਸਤਿਗੁਰਾਂ ਨੇ ਭੇਜਿਆ ਹੈ ਗੁਰੂ ਅਰਜਨ ਦੇਵ ਮਹਾਰਾਜ, ਵਾਹਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਉੱਤਰ ਦੇ ਵਿੱਚ ਭੇਜਿਆ ਸੀ, ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਏ। ਹੇ ਵਾਹਿਗੁਰੂ ਜੀ ਸਾਰਾ ਕੁਛ ਤੁਹਾਡੇ ਹੱਥ ਵਿੱਚ ਹੈ ਤੇ ਤੁਸੀਂ ਸਾਡੇ ਸਹਾਈ ਹੋ। ਇਹ ਸਤਿਗੁਰਾਂ ਨੇ ਲਿਖ ਕੇ ਭੇਜਿਆ ਸੀ। ਸੋ ਇਸ ਤਰ੍ਹਾਂ ਇਹਨਾਂ ਨੂੰ ਦੋਹਰਾ, ਕੁਝ ਕਹਿੰਦੇ ਆ ਕਿ ਇਹ 10ਵੇਂ ਪਾਤਸ਼ਾਹ ਜੀ ਦਾ ਦੋਹਰਾ ਹੈ, ਕੁਝ ਜਿਹੜੇ ਵਿਦਵਾਨ ਉਹਨੂੰ 9ਵੇਂ ਪਾਤਸ਼ਾਹ ਜੀ ਦਾ ਦੋਹਰਾ ਮੰਨਦੇ ਆ। ਇਸ ਕਰਕੇ ਇਹਨੂੰ 9ਵੇਂ ਪਾਤਸ਼ਾਹ ਦੀ ਬਾਣੀ ਹੀ ਮੰਨਿਆ ਜਾਵੇਗਾ, ਕਿਉਂਕਿ ਪਹਿਲਾ ਬੰਦ ਜਿਹੜਾ ਹੈ, ਪਹਿਲਾ ਦੋਹਰੇ ਦਾ ਪਹਿਲਾ ਬੰਦ ਇਹ 9ਵੇਂ ਪਾਤਸ਼ਾਹ ਦਾ ਹੋਣ ਕਰਕੇ ਪੂਰਾ ਸਤਿਗੁਰਾਂ ਨੇ ਇਸੇ ਹੀ ਸਵਾਲ ਦਾ ਉੱਤਰ ਅੱਗੇ ਦਿੱਤਾ ਹੈ ਕਿ ਪਰਮੇਸ਼ਰ ਹੀ ਹਰ ਥਾਂ ਸਹਾਈ ਹੁੰਦਾ ਹੈ। ਸੋ ਇਸ ਕਰਕੇ ਇਹ ਦੋਹਰਾ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦਾ। ਉਸ ਤੋਂ ਅੱਗੇ ਆ ਜੋ ਸਾਧ ਸੰਗਤ ਮੁਦਾਮਨੀ ਦੀ ਆਪਾਂ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਅੰਦਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਮੁਦਾਮਨੀ ਦਰਜ ਹੈ ਉਹਦੇ ਬਾਰੇ ਆਪਾਂ ਸਾਧ ਸੰਗਤ ਗੱਲ ਕੀਤੀ ਹੈ। ਮੁਦਾਮਨੀ ਦੇ ਬਾਰੇ ਪਿਛਲੇ ਦਿਨਾਂ 'ਚ ਕੀਤੀ ਸੀ ਕਿ ਮੁਦਾਮਨੀ ਦਾ ਅਰਥ ਹੁੰਦਾ ਹੈ ਕਿ ਜਿਵੇਂ ਕਿਸੇ ਚੀਜ਼ ਨੂੰ ਮੁੰਦ ਲੈਣਾ, ਇਕੱਠਾ ਕਰ ਦੇਣਾ ਤੇ ਬੰਦ ਕਰ ਦੇਣਾ, ਇਹ ਵੀ ਇੱਕ ਅਰਥ ਲਿਆ ਜਾਂਦਾ ਹੈ। ਇੱਕ ਇਹਦਾ ਅਰਥ ਬੁਝਾਰਤ ਵੀ ਕੀਤਾ ਜਾਂਦਾ ਹੈ ਕਿ ਬੁਝਾਰਤ ਜੋ ਸਤਿਗੁਰਾਂ ਨੇ ਪਾਈ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਵਦਾਰ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਦਾਰੂ, ਇਹ ਵਸਤ ਜੀ ਨੇ ਜਾਈ ਨਿਤ ਨਿਤ ਰਾਖੁਰ ਧਾਰੂ, ਤਮ ਸੰਸਾਰ ਚਰਨ ਲਗ ਦਰੀਏ ਸਭ ਨਾਨਕ ਬ੍ਰਹਮ ਪਸਾਰੋ। ਸੋ ਸਤਿਗੁਰਾਂ ਨੇ ਇਹ ਜਿਹੜੀ ਬਖਸ਼ਿਸ਼ ਕੀਤੀ ਹੈ ਪਾਵਨ ਬਾਣੀ ਮੁਦਾਮਨੀ ਦੀ। ਜ਼ਿਆਦਾ ਵਿਚਾਰ ਆਪਾਂ ਇਹਦੇ ਬਾਰੇ ਨਹੀਂ ਕਰਾਂਗੇ ਖੈਰ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਵਿਚਾਰ ਉਹ ਕਰ ਚੁੱਕੇ ਹਾਂ। ਸੋ ਇਸ ਤਰ੍ਹਾਂ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪਾਵਨ ਬਾਣੀਆਂ ਦਰਜ ਹਨ। ਉਸੇ ਨਾਲ ਹੀ ਸਾਧ ਸੰਗਤ ਅਗਲੀ ਜਿਹੜੀ ਬਾਣੀ ਹੈ ਆਪਾਂ ਉਹਦੇ ਬਾਰੇ ਵੀ ਥੋੜ੍ਹੀ ਵਿਚਾਰ ਕਰ ਲਈਏ, ਜੋ ਰਾਗਮਾਲਾ ਹੈ, ਜਿਹਦੇ ਬਾਰੇ ਸਾਧ ਸੰਗਤ ਕਾਫੀ ਵਿਦਵਾਨਾਂ ਦੇ ਵਿੱਚ ਮਤਭੇਦ ਹਨ। ਕੁਝ ਇਹਨੂੰ ਬਾਣੀ ਮੰਨਦੇ ਆ ਰਾਗਮਾਲਾ ਨੂੰ, ਕੁਝ ਨਹੀਂ ਮੰਨਦੇ। ਜਿਹੜੇ ਨਹੀਂ ਮੰਨਦੇ ਉਹ ਆਪਣੇ ਹੀ ਵੱਖਰੇ ਤਰੀਕੇ ਦੇ ਨਾਲ ਦਿੰਦੇ ਆ ਉਦਾਹਰਨਾਂ ਕਿ ਇਹ ਸਤਿਗੁਰਾਂ ਦੀ ਬਾਣੀ ਨਹੀਂ ਹੈ। ਕੁਝ ਜਿਹੜੇ ਮੰਨਣ ਵਾਲੇ ਹਨ ਉਹ ਆਪਣੇ ਢੰਗ ਦੇ ਨਾਲ ਇਹਦੀ ਵਿਆਖਿਆ ਕਰਦੇ ਆ। ਸੋ ਕੁਝ ਵੀ ਹੈ ਸਾਧ ਸੰਗਤ, ਇਹ ਵਿਸ਼ਾ ਇੱਕ ਵਿਚਾਰ ਕਰਨ ਦਾ ਹੈ, ਵਿਸ਼ੇਸ਼ ਤੌਰ ਦੇ ਉੱਤੇ ਵੇਖਣ ਦਾ ਵਿਸ਼ਾ ਹੈ ਕਿ ਬਾਣੀ ਹੈ ਜਾਂ ਨਹੀਂ ਹੈ। ਉਹ ਇੱਕ ਆਪਣੀ ਆਪਣੀ ਜਿਵੇਂ ਵੀ ਕਿਸੇ ਨੂੰ ਮਹਾਰਾਜ ਨੇ ਸਮੱਤ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ, ਉਸੇ ਹਿਸਾਬ ਦੇ ਨਾਲ ਹਰ ਕੋਈ ਜਿਹੜਾ ਸਿੱਖ ਹੈ ਉਹ ਇਹਨੂੰ ਵਿਚਾਰਦਾ ਹੈ। ਸਾਧ ਸੰਗਤ ਇਹ ਜਿਹੜੀ ਰਾਗਮਾਲਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਦੇ ਉੱਤੇ ਦਰਜ ਹੈ। ਜਦੋਂ ਅਸੀਂ ਭੋਗ ਪਾ ਦਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ, ਉਪਰੰਤ ਆਪਾਂ ਇਹ ਜਿਹੜੀ ਰਾਗਮਾਲਾ ਪੜ੍ਹ ਕੇ ਤੇ ਸਮਾਪਤੀ ਕਰਦੇ ਹਾਂ। ਅਕਾਲ ਤਖਤ ਸਾਹਿਬ ਵੱਲੋਂ ਇੱਕ ਮਰਿਆਦਾ ਹੈ
कि जे किसी ने रागमाला नहीं पढ़नी तो ना पढ़े, पर श्री गुरु ग्रंथ साहब जी का जोड़ा स्वरूप है वो बिना रागमाला तो जोड़ा है ना छापिया गया। बिना रागमाला तो श्री गुरु ग्रंथ साहब जी का स्वरूप छापन का कोई भी हीरा ना करे। कोई भी मनुख जोड़ा है वो रागमाला तो बिना यह स्वरूप नहीं छाप सकता। ये मर्यादा जी है वो लागू की गई है। ये नाल ही साध संगत जी रागमाला है ये उपर कोई सरलेख नहीं है। मैं आप जी नालों साझी कर देवां रागमाला। हाँ जी वाहिगुरू। रागमाला है एक ओंकार सतगुर प्रसाद जरूर लिखा आया, पर किस गुरु साहब जी का उपर नाम है वो नहीं लिखा आया। वो तो चलो खैर जपजी साहब के उपर भी नहीं लिखा आया, गुरु नानक देव जी का नाम महला पहला करके नहीं लिखा आया। रागमाला ये रागां की मन्निया जाता कि उस्ताद सतगुਰਾਂ ने रागां के बारे दसिया है। कुछ राग हैं, कुछ राग जोड़े नहीं हैं गुरु ग्रंथ साहिब के विच, पर सतगुਰਾਂ ने जो कहते कि लिखने शुरू किए फिर सारे ही रागां नूं सतगुਰਾਂ ने गुरु ग्रंथ साहिब के अखीर के उत्ते थां दी है। तो ये आपां कह सकते हैं कि जो सतगुਰਾਂ ने उपदेश गुरु ग्रंथ साहिब के विच दिता है उस भाव अर्थां दे नाल इहदा जिहड़ा कोई संबंध नहीं जुड़ता खास करके। पर कुछ विद्वान जिहड़े इन्हां नूं जोड़दे आ अपने मन दे नाल, बड़े ढंग दे नाल इहदे अर्थ करके बड़े सलीके दे नाल संगत नूं समझाउंदे हन इन्हां रागां दे बारे। सो इहदे खास करके अर्थ जिहड़े नहीं मिलते, जे आपां अर्थ करांगे भी तो वो सिर्फ रागां दे ही अर्थ होणगे। ते वो की सतगुਰਾਂ ने इहदे विच कहा है कि एक ओंकार सतगुर प्रसाद 29 1429 ते 1430 अंग के उपर रागमाला दर्ज है। पहला ही बंद दास ने लिया है साध संगत। राग एक संग पंच बरंगण, एक रंग के नाल पंच बरंगण, बरंगण का भाव होंदा इस्त्रियां, पंज रागड़ियां हैं। संग अलापे आठों नंदन ते नाल ही 8 उन्हां दे पुत्तर हैं। 8 नंदन अलापदे हैं, गाउंदे हैं। प्रथम राग भैरू है कर ही, सब तो पहला राग भैरू है। पंच रागनी संग उचर ही, नाल उहदे 5 रागड़ियां हैं उहदियां। प्रथम भैरवी बिलावली पुनियाकी गावे बंगली। पहला प्रथम सब तो पहले भैरवी ते बिलावली है, फिर उस तो बाद पुनियाकी गावे बंगली। पुनियाकी गाउंदी है बंगली राग दे विच। फिर इस तरह साध संगत पुन सलेखी की भई बारी, ये भैरव की पांचों नाई, पंचम हरक दिथाक सुनावे बंगाल मद मद वगावे। इस तरह ये ਜਿਹੜੇ जिन्ने भी बंद हैं इन्हों का कोई भाव अर्थ जोड़ा वो नहीं बनता, जिमें आप शाब्दिक अर्थ कर दें हैं, पर इन्हों जोड़े विद्वान लोग हैं वो इन्हों के अर्थ कर देंगे हैं बड़े ढंग के नाल, संगत समझ जाती है। काफ़ी औखे हैं इस रागमाला के अर्थ करने। सो साध संगत ये जी रागमाला श्री गुरु ग्रंथ साहिब जी के अखीर के उत्ते दर्ज है, जिसका सरलेख रागमाला है। तो ये जी है इत्थे ही समाप्ति होंदी है धन श्री गुरु ग्रंथ साहिब जी की समुची बाणी की। मुंदावनी तो बाद रागमाला सतगुਰਾਂ ने श्लोक महले पंजवें तो बाद दर्ज की। सो साध संगत इस तरह धन श्री गुरु ग्रंथ साहिब जी के जिन्ने भी सरलेख आए सन उन्होंने बारे आप विचार चर्चा की है, किहड़े सरलेख सन, किवें किवें कित्थे कित्थे दर्ज हैं, वो आप समुची विचार जी अज संपूर्ण की है। जिन्ना क दास नूं लभ्या, जिन्ने की खोज हुई है उन्ना की ही मैं आप जी ने साझा किया है। पर होर भी बड़ा कुछ श्री गुरु ग्रंथ साहिब जी के अंदर विचार अधीन है, जिमें साध संगत घर बारे विचार है, घर की होंदे हैं उन्हां बारे विचार है। होर भी साध संगत कई ऐसे विषय रह गए हैं, छोटे छोटे विषय, वो आने वाले समय के जिवें समा लगेगा आप विचार लिया करांगे नाल दी नाल। ते इसी तरह होर भी काफ़ी कुछ श्री गुरु ग्रंथ साहिब के अंक प्रबंधन किवें है, गुरु ग्रंथ साहिब जी का किवें अंक सतगुਰਾਂ ने दर्ज किए, होर भी बहुत कुछ है। तो आप इत्थे ही इन्हां सरलेखां के बारे जी विचार खत्म करते हैं। इस तो बाद साध संगत आप कल नूं जी विचार है वो जी 9 धुनियाँ 22 वारां दे विच जिहड़ियां 9 धुनियाँ कित्थे कित्थे दर्ज हैं, की सरलेख महाराज ने दिता है, तो वह की पिछोकड़ है वो बारे आप जी विचार वो कल की क्लास आरंभ करनी है। सो इत्थे ही साध संगत आप समाप्ति करते हैं। होइयां भुलां चुकां दी खिमा। तो आप जी ने जे कुछ पूछना है तो अपना माइक ऑन करके पूछ लो, उपरंत आप जी है समाप्ति करनी। हाँ जी वाहिगुरू वाहिगुरू। ठीक है वाहिगुरू जी, आप सब संगत का बहुत बहुत धन्यवाद। इस तरह आप जी ने जुड़ते रहना। शाम की क्लास में सुखनी साहब की संथ्या चल रही है, तो दिन की क्लास में आप गुरु ग्रंथ साहब जी बारे जानकारी लै रहे हैं। इस तरह जुड़ के आप जी लाहा लो, बुलाओ फतेह जी। वाहिगुरू जी का खालसा, वाहिगुरू जी की फतेह।